ਹੈਲੋ ਪਿਆਰੇ ਵਿਦਿਆਰਥੀਓ, ਮੈਂ ਰਾਜਵੀਰ ਸਿੰਘ, ਸੀਨੀਅਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 10 KD ਰਾਵਲਾ ਪਿੰਡ। ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਇਸ ਕਰੋਨਾ ਮਹਾਂਮਾਰੀ ਦੇ ਅੰਤਰਗਤ ਤੁਸੀਂ ਆਪਣੇ ਪਰਿਵਾਰ ਦੇ ਨਾਲ ਤੰਦਰੁਸਤ ਹੋਵੋਗੇ, ਸਵਸਥ ਹੋਵੋਗੇ ਔਰ ਇਸ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਵੋਗੇ। ਆਓ ਸ਼ੁਰੂ ਕਰੀਏ ਅੱਜ ਦੀ ਆਨਲਾਈਨ ਕਲਾਸ। ਆਨਲਾਈਨ ਕਲਾਸ ਦੇ ਵਿੱਚ ਕਲਾਸ 10ਵੀਂ ਦਾ ਭਾਗ ਤੀਜਾ ਕਹਾਣੀਆਂ, ਜਿਸ ਦੇ ਅੰਤਰਗਤ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਪੌਤਾ ਪਾਂਦੀ। ਗੁਰਬਖਸ਼ ਸਿੰਘ ਪ੍ਰੀਤਲੜੀ ਜੋ ਇੱਕ ਬਹੁਤ ਪ੍ਰਸਿੱਧ ਵਾਰਤਕਕਾਰ ਹੋਏ ਨੇ ਅਤੇ ਵਾਰਤਕ ਦੇ ਨਾਲ ਨਾਲ ਕਹਾਣੀਆਂ ਉੱਪਰ ਵੀ ਉਹਨਾਂ ਦੀ ਪੂਰੀ ਪਕੜ ਹੈ। ਤਾਂ ਆਓ ਸ਼ੁਰੂ ਕਰੀਏ ਇਹਨਾਂ ਦੀ ਕਹਾਣੀ ਪੌਤਾ ਪਾਂਦੀ। ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਆ ਰਹੀ ਸੀ। ਤੀਸਰੇ ਦਰਜੇ ਖਚਾ ਖਚ ਭਰੇ ਹੋਏ ਸਨ। ਸਾਰੀ ਗੱਡੀ ਭੋਂ ਭੋਂ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਅਤੇ ਮਿੰਨਤਾਂ ਕੀਤੀਆਂ, ਪਰ ਅੰਦਰਲਿਆਂ ਨੇ ਝਾੜ ਛੱਡਿਆ। ਕੋਈ ਥਾਂ ਨਹੀਂ। ਉਹ ਨਮੋਜਣਾ ਜਿਹਾ ਸ਼ਰਮਿੰਦਾ ਹੋਇਆ। ਹਿੱਲਣ ਹੀ ਲੱਗਾ ਸੀ ਕਿ ਅੰਦਰੋਂ ਕਿਸੇ ਆਖਿਆ, ਥਾਂ ਕਿਉਂ ਨਹੀਂ, ਤੁਸੀਂ ਆਓ ਜੀ। ਇਹ ਕੋਈ ਫੌਜੀ ਵਰਦੀ ਵਿੱਚ ਸਨ ਅਤੇ ਇਹਨਾਂ ਦੇ ਨਾਲ ਦੋ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਣ ਅੰਦਰ ਧੁੱਸ ਕੇ ਇਹਨਾਂ ਦੇ ਕੋਲ ਜਾ ਖਲੋਤਾ। 1-2 ਮਿੰਟਾਂ ਬਾਅਦ ਉਹਨਾਂ ਆਖਿਆ, ਉਸ ਅਖੀਰਲੀ ਸੀਟ 'ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ 'ਤੇ ਉਤਰ ਜਾਣਾ ਹੈ। ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ। ਪਹੁੰਚਣਾ ਹੀ ਮੁਸ਼ਕਿਲ ਹੈ। ਉਸ ਆਖਿਆ, ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਂਦਾ ਹਾਂ। ਅਤੇ ਉਹਨਾਂ ਆਪਣਾ ਪਾਸਾ ਜਰਾ ਕੁ ਚੁੱਕ ਕੇ ਉਸ ਨੂੰ ਪੰਚਾਂ ਦੀ ਵਿਚਕਾਰਲੀ ਢੋਅ 'ਤੇ ਖੜ੍ਹਾ ਕਰ ਦਿੱਤਾ। ਉੱਤੋਂ ਛੱਤ ਨੂੰ ਹੱਥ ਪਾ ਲਓ ਅਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਉਣ ਲਈ ਉਹਨਾਂ ਆਖਿਆ, ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਉਣ ਲੱਗੇ ਹਨ। ਜਰਾ ਸੰਭਲ ਜਾਓ, ਮਤੇ ਇਹਨਾਂ ਦੇ ਹੇਠਾਂ ਕੋਈ ਬੰਦਾ ਪੀਸਿਆ ਜਾਏ। ਭਾਰੇ ਸਰੀਰ ਵੇਖ ਕੇ ਸਵਾਰੀਆਂ ਹੱਸੀਆਂ ਅਤੇ ਸਭ ਨੇ ਢੋਅ ਨਾਲੋਂ ਪਿੱਠਾਂ ਪਰਾਂ ਕਰ ਲਈਆਂ। ਉਹ ਦੂਜੇ ਸਿਰੇ ਪਹੁੰਚ ਗਿਆ ਅਤੇ ਸਟੇਸ਼ਨ ਆਉਂਦਿਆਂ ਹੀ ਸੀਟ ਖਾਲੀ ਹੋਈ। ਉਹ ਆਰਾਮ ਨਾਲ ਬਹਿ ਗਿਆ ਅਤੇ ਸ਼ੁਕਰੀਏ ਵਜੋਂ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ। ਉਹ ਸਟੇਸ਼ਨ 'ਤੇ ਉਤਰੀਆਂ ਤਾਂ ਇੱਕ ਸੀ, ਪਰ ਚੜ੍ਹਨ ਵਾਲੇ 2 ਆ ਗਏ। ਬੂਹੇ ਅੱਗੇ ਖਲੋਤੇ ਸਿਪਾਹੀਆਂ ਨੇ ਝਿੜਕ ਛੱਡਿਆ। ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ। ਮੇਜਰ ਸਾਹਿਬ ਨੇ ਫਿਰ ਆਖਿਆ, ਆ ਜਾਣ ਦਿਓ, ਪਰ ਕੋਠਾ ਇਹਨਾਂ ਨੂੰ ਸਵਾਬ ਲਈ ਚਾਹੀਦਾ ਹੈ। ਉਹ ਕਿੱਥੇ ਧਰਾਂਗੇ? ਸਿਪਾਹੀਆਂ ਆਖਿਆ। ਮੇਜਰ ਸਾਹਿਬ ਪਖਾਨੇ ਦੇ ਨੇੜੇ ਬੈਠੇ ਸਨ। ਉਹਨਾਂ ਪਖਾਨੇ ਦਾ ਬੂਹਾ ਖੋਲ੍ਹਿਆ। ਬੜੀ ਮਹਿਕ ਆਈ। ਸਵਾਰੀਆਂ ਨੱਕ ਕੱਜ ਲਏ, ਪਰ ਮੇਜਰ ਸਾਹਿਬ ਉੱਠੇ। ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ, ਤੁਸੀਂ ਸਮਾਨ ਅੰਦਰ ਧਰਨ ਦੀ ਕਰੋ। ਸਿਪਾਹੀਆਂ ਨੂੰ ਸ਼ਰਮ ਆ ਗਈ। ਇੱਕ ਸਿਪਾਹੀ ਪਖਾਨੇ ਵਿੱਚ ਗਿਆ, ਦੂਜੇ ਨੇ ਅਸਬਾਬ ਨੂੰ ਹੱਥ ਪਵਾਇਆ। ਸਮਾਨ ਪਖਾਨਾ ਸਾਫ਼ ਹੁੰਦਾ ਰਿਹਾ। ਮੇਜਰ ਸਾਹਿਬ ਹੱਸਦੇ ਰਹੇ। ਭਾਈ ਮੈਂ ਤੁਹਾਥੋਂ ਪਹਿਲਾਂ ਧਰਮਰਾਜ ਕੋਲ ਜਾਣਾ ਏ, ਮੈਂ ਉਹਨੂੰ ਦੱਸਾਂਗਾ ਬੰਤਾ ਸਿੰਘ ਨੇ ਕਿਹੋ ਜਿਹੀ ਸਫਾਈ ਕੀਤੀ ਸੀ। ਖੂਬ ਪਾਣੀ ਡੋਲੀ, ਵੇਖੀ ਜਰਾ ਸੋ ਨਾ ਰਹੇ। ਇੱਥੇ ਹੈ ਬੋ। ਵੇਖੀ ਜਰਾ ਬੋ ਨਾ ਰਹੇ। ਪਖਾਨਾ ਚੰਗੀ ਤਰ੍ਹਾਂ ਸਾਫ਼ ਹੋ ਗਿਆ। ਅਸਬਾਬ ਉਹਦੇ ਵਿੱਚ ਚਿਣ ਦਿੱਤਾ ਗਿਆ। ਸਾਰੇ ਡੱਬੇ ਦੀ ਫਿਜ਼ਾ ਬਦਲ ਗਈ। ਉਹ ਅਫਸਰ ਡੱਬੇ ਦਾ ਕੇਂਦਰ ਬਣ ਗਿਆ। ਬੜਾ ਰੌਣਕੀ, ਬੜਾ ਹਸਮੁਖ। ਸਭ ਅੱਖਾਂ ਉਸੇ ਵੱਲ ਭੌਂ ਗਈਆਂ। ਅਗਲੇ ਸਟੇਸ਼ਨ 'ਤੇ ਸਕੰਜਵੀ ਵੇਚਣ ਵਾਲਾ ਆਂਦਾ ਸੀ, ਠੰਡੇ ਮਿੱਠੇ ਗਿਲਾਸ, ਆਨੇ ਗਿਲਾਸ। ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ ਹੋਏ ਸਨ। ਵੇਖ ਭਾਈ ਬੰਤਾ ਸਿਆਂ, ਠੰਡੇ ਮਿੱਠੇ ਹੈਣ ਪੀ। 2 ਸਿਪਾਹੀਆਂ ਨੂੰ ਗਿਲਾਸ ਦਵਾ ਦਿੱਤੇ। ਭੀੜ ਬਹੁਤ ਸੀ। ਪੀਣਾ ਕਈ ਚਾਹੁੰਦੇ ਸਨ, ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ। ਫੜਾਈ ਬੰਤਾ ਸਿਆਂ ਉਹਨਾਂ ਭਾਈ ਜੀ ਨੂੰ। ਉਹ ਲਾਲਾ ਜੀ ਵੀ ਬੁੱਲ੍ਹ ਪਏ ਚੂਸਦੇ ਨੇ। ਉਸ ਕਾਕੇ ਨੂੰ ਭੀ ਦਈ। 19 ਗਿਲਾਸ ਪਿਲਾਏ ਗਏ। ਗੱਡੀ ਤੁਰਨ ਵਾਲੀ ਸੀ। ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ। ਲੈ ਭਾਈ ਤੂੰ ਤੇ ਜਾ। 1.25 ਰੁਪਏ ਉਹਦੇ ਹੱਥ ਫੜਾ ਕੇ ਮੇਜਰ ਸਾਹਿਬ ਨੇ ਆਖਿਆ, ਮੈਂ ਇਹਨਾਂ ਕੋਲੋਂ ਆਪੇ ਉਗਰਾ ਲਵਾਂਗਾ। ਸਵਾਰੀਆਂ ਦੇ ਦਿਲਾਂ ਵਿੱਚ ਉਸ ਹਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ। ਉਹਨਾਂ ਆਪੋ ਆਪਣੇ ਪੈਸੇ ਹੱਥੋਂ ਹੱਥੀਂ ਘੱਲਣੇ ਸ਼ੁਰੂ ਕਰ ਦਿੱਤੇ, ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਉਡਾ ਦਿੱਤੀ। ਆਨਾ ਮੈਂ ਨਹੀਂ ਲੈਣਾ, ਜੇ ਦੇਣਾ ਤਾਂ ਨੋਟ ਨਾਟ ਪਾਓ, ਮੇਰਾ ਕੁਝ ਬਣੇ ਭੀ, ਮੈਂ ਛੁੱਟੀ ਘਰ ਜਾ ਰਿਹਾ ਹਾਂ। ਸਭ ਦੇ ਆਨੇ ਮੁੜ ਗਏ ਅਤੇ ਲੋਕ ਉਸ ਭਖਦੇ ਦਿਲ ਵਾਲੇ ਅਫਸਰ ਕੋਲੋਂ ਝੜਦੇ
ਚੰਗਿਆੜਿਆਂ ਵਿੱਚ ਮਸਤ ਹੋ ਗਏ। ਇੰਨੇ ਨੂੰ ਕਿਸੇ ਤੰਬਾਕੂ ਪੀਣਾ ਚਾਹਿਆ। ਨਾਲ ਦੇ ਨੇ ਆਖਿਆ, ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆਂ ਨਹੀਂ ਪੀਣਾ। ਮੇਜਰ ਸਾਹਿਬ ਨੇ ਸੁਣ ਲਿਆ ਤੇ ਹੱਸ ਕੇ ਬੋਲੇ, ਪੀਣਾ ਕਿਉਂ ਨਹੀਂ, ਬੇਸ਼ੱਕ ਪੀਓ, ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ। ਕਿਸੇ ਨੇ ਪੁੱਛਿਆ, ਵਧੀਆ ਨਾਲ ਕੀ ਫਰਕ ਪੈ ਜਾਏਗਾ? ਵਧੀਆ ਸਿਗਰਟਾਂ ਦਾ ਧੂੰਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ ਅਫਸਰ ਸਾਡੇ ਮੂੰਹਾਂ 'ਤੇ ਮਾਰਿਆ ਹੈ। ਉਸ ਧੂੰਏਂ ਦੀ ਸਾਨੂੰ ਆਦਤ ਹੈ। ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ, ਉਹ ਬੀੜੀ ਪੀਣ ਵਾਲਾ ਸੀ। ਸ਼ਰਮਾ ਗਿਆ, ਕਹਿਣ ਲੱਗਾ, ਮੈਂ ਨਹੀਂ ਪੀਂਦਾ। ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ, ਬੀੜੀ ਦਾ ਧੂੰਆਂ ਤੂੰ ਬਾਰੀ 'ਚੋਂ ਬਾਹਰ ਸੁੱਟ ਛੱਡੀ, ਨਾ ਸਾਡੇ ਵੱਲ ਮਾਰੀ, ਪਰ ਭਾਈ ਪੀ ਜ਼ਰੂਰ। ਤੂੰ ਆਖ ਵੇਖ ਕੇ ਉਹਨੂੰ ਸੂਟਾ ਉਹਨਾਂ ਲਵਾ ਹੀ ਦਿੱਤਾ। ਅਗਲੇ ਸਟੇਸ਼ਨ 'ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾਈ ਤੇ ਪੁੱਛਿਆ, ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ? ਮੈਂ ਕੀ ਲੈਣਾ ਸੀ? ਪੇ ਮਰਿਆਂ ਦੇ ਡੱਬੇ ਵਿੱਚ ਕੋਈ ਅਖਬਾਰ ਪੜ੍ਹਦਾ ਸੀ, ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ, ਕੋਈ ਸਿਗਰਟ ਦੇ ਧੂੰਏਂ ਵੱਲ ਹੀ ਵੇਖੀ ਜਾ ਰਿਹਾ ਸੀ। ਮੈਂ ਇੱਥੇ ਆ ਗਿਆ। ਇੱਥੇ ਸਭ ਦੇ ਪੇਜ ਹੀ ਆਉਂਦੇ ਨੇ। ਪੇ ਦਾ ਅਰਥ ਹੈ ਪਿਓ। ਦੁਆਬੇ ਦੇ ਵਿੱਚ ਪਿਓ ਨੂੰ ਪੇ ਕਿਹਾ ਜਾਂਦਾ। ਫਿਰ ਮੈਂ ਤੁਹਾਡੀ ਸੀਟ 'ਤੇ ਜਾ ਬਵਾਂ, ਸਮਾਨ ਦਾ ਧਿਆਨ ਰੱਖਾਂਗਾ। ਨਾ ਭਾਈ ਨਾ, ਉੱਥੇ ਤਾਂ ਮੇਰਾ ਜਾਨਸੀਨ ਬੈਠਾ ਸੀ। ਉਹ ਕੌਣ ਸਾਹਿਬ? ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ। ਮੈਨੂੰ ਡਰ ਲੱਗਾ ਕਿਤੇ ਡਿੱਗ ਡਿਗਾ ਕੇ ਮਰ ਜਾਏਗਾ, ਫਿਰ ਗਵਾਹੀਆਂ ਭੁਗਤਾਉਣੀਆਂ ਪੈਣਗੀਆਂ। ਮੈਂ ਉਹਨੂੰ ਅੰਦਰ ਵੜ ਲਿਆ। ਅੱਗੇ ਸਟੇਸ਼ਨ 'ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ, ਪਰ ਉਹ ਪੈਰੀ ਪਏ ਜੀ, ਮੈਨੂੰ ਕਿਸੇ ਥਾਂ ਦੇਣੀ ਏ। ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ। ਬੰਤਾ ਸਿੰਘ ਹੋਰੀ ਇੱਥੇ ਬੈਠੇ ਸਨ। ਸੁਣ ਕੇ ਸਵਾਰੀਆਂ ਦੰਗ ਰਹਿ ਗਈਆਂ, ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂ ਕਰੇ, ਕੋਈ ਹੋਰ ਹੀ ਗੱਲ ਆਪਣੇ ਕੋਲੋਂ ਵਾਹ ਕੇ ਉਹਨੂੰ ਉਹ ਚੁੱਪ ਕਰਾ ਦੇਵੇ। ਅਗਲੇ ਸਟੇਸ਼ਨ 'ਤੇ ਮੇਜਰ ਸਾਹਿਬ ਨੇ ਲੈ ਜਾਣਾ ਸੀ। ਉਹਨਾਂ ਕੋਲੋਂ ਨਾਲ ਦਿਆਂ ਨੇ ਨਾ ਪਤਾ ਪੁੱਛਿਆ। ਉਹ ਸਿਪਾਹੀਆਂ ਨਾਲ ਉਹਨਾਂ ਦਾ ਅਸਬਾਬ ਇਕੱਠਾ ਕਰਾਉਣ ਲੱਗ ਪਏ। ਸਬਾਬ ਦਾ ਯੁੱਧ ਮੁਕਾ ਲਈਏ, ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖ ਦਿਆਂਗਾ। ਸਟੇਸ਼ਨ ਆਇਆ। ਕੁੱਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਇਹ ਕਹਿੰਦੇ ਕਾਹਲੀ ਕਾਹਲੀ ਗੱਡੀਆਂ ਹੇਠਾਂ ਉਤਰ ਗਏ, ਮੈਂ ਆਪਣਾ ਨਿੱਕ ਸੁੱਕ ਪੇ ਮਰਿਆਂ ਦੇ ਡੱਬੇ 'ਚੋਂ ਇਕੱਠਾ ਕਰਨਾ ਏ। ਐਤਕੀ ਮਾਫੀ ਦੇ ਦਿਓ। ਜੇ ਫੇਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰ ਦਿਆਂਗਾ। ਉਹ ਗਏ। ਸਾਰੇ ਡੱਬੇ 'ਚੋਂ ਰੂਹ ਨਿਕਲ ਗਈ। ਡੱਬਾ ਭਾਂ ਕਰਨ ਲੱਗ ਪਿਆ। ਇਸ ਦੇ ਨਾਲ ਹੀ ਆਪਣੀ ਜੋ ਇਹ ਪਾਠ ਹੈ, ਇਹ ਕਹਾਣੀ ਹੈ, ਸਮਾਪਤ ਹੋ ਗਈ ਹੈ। ਹੁਣ ਆਪਾਂ ਇਸ ਦੇ ਜੋ ਪ੍ਰਸ਼ਨ ਉੱਤਰਾਂ ਨੂੰ ਦੇਖਾਂਗੇ। ਤਾਂ ਪਹਿਲਾ ਪ੍ਰਸ਼ਨ ਹੈ, ਗੱਡੀ ਵਿੱਚ ਚੜ੍ਹੇ ਭਾਰੇ ਸੱਜਣ ਨੂੰ ਬੈਠਣ ਲਈ ਸੀਟ ਕਿਵੇਂ ਮਿਲੀ? ਤਾਂ ਉਹੀ ਹੈ, ਜਦੋਂ ਭਾਰਾ ਸੱਜਣ ਗੱਡੀ ਵਿੱਚ ਚੜ੍ਹਿਆ ਤਾਂ ਸਾਰੀਆਂ ਸਵਾਰੀਆਂ ਲੱਗ ਪਈਆਂ। ਗੱਡੀ ਵਿੱਚ ਭੀੜ ਸੀ। ਮੇਜਰ ਸਾਹਿਬ ਨੇ ਉਸ ਨੂੰ ਕਿਵੇਂ ਨਾ ਕਿਵੇਂ ਸਵਾਰੀ ਕੋਲ ਪਹੁੰਚਾ ਦਿੱਤਾ। ਅਗਲੇ ਸਟੇਸ਼ਨ 'ਤੇ ਸਵਾਰੀ ਨੇ ਉਤਰਨਾ ਸੀ। ਜਦੋਂ ਸਵਾਰੀ ਉਤਰ ਗਈ ਤਾਂ ਭਾਰਾ ਸੱਜਣ ਉੱਥੇ ਆਰਾਮ ਨਾਲ ਬੈਠ ਗਿਆ। ਉਸ ਤੋਂ ਬਾਅਦ ਦੂਜਾ ਕੁਐਸਚਨ, ਮੇਜਰ ਸਾਹਿਬ ਰੇਲ ਗੱਡੀ ਦੇ ਡੱਬੇ ਦਾ ਕੇਂਦਰ ਬਿੰਦੂ ਕਿਵੇਂ ਬਣੇ? ਉਹ ਹਸਮੁਖ ਸੁਭਾਅ ਦੇ ਸਨ। ਮੇਜਰ ਸਾਹਿਬ ਗੱਡੀ ਦੇ ਜਿਸ ਡੱਬੇ ਵਿੱਚ ਉਹ ਚੜ੍ਹੇ ਸਨ, ਉਹਨਾਂ ਨਾਲ ਬਹੁਤ ਰਚ ਮਿਚ ਗਏ ਸਨ। ਉਹਨਾਂ ਨੇ ਸਵਾਰੀਆਂ ਦੀ ਸਹੂਲਤਾਂ ਲਈ ਪਖਾਨਾ ਸਾਫ਼ ਕਰਵਾਇਆ, ਭਾਰੇ ਸੱਜਣ ਨੂੰ ਸੀਟ ਦਵਾਈ, ਆਪਣੇ ਡੱਬੀਆਂ ਵਿੱਚ ਜਿਹੜੀਆਂ ਡੱਬੇ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਸ਼ਿਕੰਜਵੀ ਪਿਆਈ। ਇਹ ਸਭ ਗੱਲਾਂ ਕਰਕੇ ਮੇਜਰ ਸਾਹਿਬ ਡੱਬੇ ਦਾ ਕੇਂਦਰ ਬਿੰਦੂ ਬਣ ਗਏ। ਸ਼ਿਕੰਜਵੀ ਵਾਲਾ ਪੈਸਿਆਂ ਦੀ ਚਿੰਤਾ ਕਿਉਂ ਕਰ ਰਿਹਾ ਸੀ? ਤੋ ਚਿੰਤਾ ਇਸ ਲਈ ਕਰ ਰਿਹਾ ਸੀ ਕਿ ਸਟੇਸ਼ਨ 'ਤੇ ਗੱਡੀ ਰੁਕੀ ਤਾਂ ਸ਼ਿਕੰਜਵੀ ਵੇਚਣ ਵਾਲਾ ਆਇਆ। ਗਰਮੀ ਨਾਲ ਸਾਰਿਆਂ ਦੇ ਬੁੱਲ੍ਹ ਸੁੱਕ ਰਹੇ ਸਨ। ਸਾਰਿਆਂ ਨੇ ਸ਼ਿਕੰਜਵੀ ਪੀਤੀ। ਡੱਬੇ ਵਿੱਚ 19 ਗਲਾਸ ਆਏ ਸਨ। ਉੱਧਰੋਂ ਗੱਡੀ ਵੀ ਤੁਰਨ ਵਾਲੀ ਸੀ ਅਤੇ ਇਸ ਕਰਕੇ ਉਸਨੂੰ ਪੈਸਿਆਂ ਦੀ ਚਿੰਤਾ ਸੀ। ਨੰਬਰ ਚੌਥਾ, ਮੇਜਰ ਸਾਹਿਬ ਪੇ ਮਰਿਆਂ ਦਾ ਡੱਬਾ ਕਿਉਂ ਕਹਿੰਦੇ ਸਨ? ਉਹ ਇਸ ਲਈ ਕਹਿੰਦੇ ਸਨ ਕਿਉਂਕਿ ਉਹਨਾਂ ਵਿੱਚ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ ਸੀ। ਸਭ ਅਖਬਾਰ ਪੜ੍ਹਨ ਵਿੱਚ ਮਗਨ ਸਨ, ਕੁਝ ਕਿਤਾਬਾਂ ਪੜ੍ਹ ਰਹੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹਨਾਂ ਕੋਲ ਕਿਸੇ ਹੋਰ ਨਾਲ ਸਾਂਝੀ ਕਰਨ ਲਈ ਕੋਈ ਗੱਲ ਹੀ ਨਹੀਂ ਹੈ। ਮੇਜਰ ਸਾਹਿਬ ਅਜਿਹੇ ਬੇਰੌਣਕੇ ਡੱਬੇ ਨੂੰ ਪੇ ਮਰਿਆਂ ਦਾ ਡੱਬਾ ਕਹਿੰਦੇ ਸਨ।
ਕਹਾਣੀ ਪੋਤਾਪਨ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਤੇ ਇਹਦਾ ਸਾਰ ਲਿਖਣਾ ਕਹਾਣੀ ਦਾ। ਇਹ ਤੁਸੀਂ ਜਦੋਂ ਪੜ੍ਹੋਗੇ ਤੁਹਾਡੇ ਯਾਦ ਹੋ ਜੂਗੀ, ਉਸ ਹਿਸਾਬ ਨਾਲ ਲਿਖਿਓ। ਤਾਂ ਇਸ ਦੇ ਨਾਲ ਜੋ ਆਪਣੀ ਅੱਜ ਦੀ ਕਲਾਸ ਇੱਥੇ ਹੀ ਖਤਮ ਹੁੰਦੀ ਹੈ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।